ਹਾਂਜੀ, ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ। ਅੱਜ ਆਪਾਂ ਜੋ ਤੁਹਾਡਾ ਨੈਸ ਦਾ ਟੈਸਟ ਹੋਣ ਜਾ ਰਿਹਾ ਹੈਗਾ, ਠੀਕ ਹੈ, ਉਸ ਦੇ ਲਈ 10ਵੀਂ ਜਮਾਤ ਦੇ ਸਮਾਜਿਕ ਵਿਗਿਆਨ ਦੇ ਵੀਕ ਨੰਬਰ 4 ਵੀਕ 4 ਦੇ ਕੁਝ ਕੁਐਸਚਨ ਆਏ ਸੀ, ਠੀਕ ਹੈ, ਉਹਨਾਂ ਨੂੰ ਆਪਾਂ ਤੁਹਾਡੇ ਲਈ ਹੱਲ ਕਰਾਂਗੇ। ਸਭ ਤੋਂ ਪਹਿਲਾਂ ਪਾਠ ਸੀ ਭਾਰਤੀ ਲੋਕਤੰਤਰ ਦਾ ਸਰੂਪ। ਇਹ ਤੁਹਾਡਾ ਨਾਗਰਿਕ ਸ਼ਾਸਤਰ ਦੇ ਨਾਲ ਰਿਲੇਟਡ ਕੁਐਸਚਨ ਨੇ। ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਲੋਕਤੰਤਰ ਦੇ ਕਿੰਨੇ ਰੂਪ ਹੁੰਦੇ ਹਨ? ਹਾਂਜੀ, ਲੋਕਤੰਤਰ ਦੇ ਦੋ ਰੂਪ ਹੁੰਦੇ ਹੈਗੇ, ਪ੍ਰਤੱਖ ਲੋਕਤੰਤਰ ਅਤੇ ਅਪ੍ਰਤੱਖ ਲੋਕਤੰਤਰ, ਠੀਕ ਹੈ। ਡਾਇਰੈਕਟ ਡੈਮੋਕ੍ਰੇਸੀ ਐਂਡ ਇਨਡਾਇਰੈਕਟ। ਸੈਕਿੰਡ, ਡੈਮੋਕ੍ਰੇਸੀ ਸ਼ਬਦ ਕਿਸ ਭਾਸ਼ਾ ਤੋਂ ਬਣਿਆ ਹੈ? ਹਾਂਜੀ, ਜਿਹੜਾ ਡੈਮੋਕ੍ਰੇਸੀ ਸ਼ਬਦ ਹੈ ਗ੍ਰੀਕ ਭਾਸ਼ਾ ਤੋਂ ਬਣੇਗਾ, ਠੀਕ ਹੈ। ਗ੍ਰੀਕ ਭਾਸ਼ਾ ਦੇ ਦੋ ਸ਼ਬਦ ਸੀ, ਡਿਮੋਸ ਪਲਸ ਕ੍ਰੇਟੀਆ, ਠੀਕ ਹੈ। ਡਿਮੋਸ ਦਾ ਅਰਥ ਹੁੰਦਾ ਲੋਕ, ਕ੍ਰੇਟੀਆ ਦਾ ਅਰਥ ਹੁੰਦਾ ਸ਼ਾਸਨ, ਲੋਕਾਂ ਦਾ ਸ਼ਾਸਨ। ਡੈਮੋਕ੍ਰੇਸੀ ਦਾ ਮਤਲਬ ਲੋਕਾਂ ਦਾ ਸ਼ਾਸਨ। ਕਿਹੜੀ ਭਾਸ਼ਾ ਦਾ ਸ਼ਬਦ ਸੀ? ਗ੍ਰੀਕ ਭਾਸ਼ਾ ਦਾ। ਪ੍ਰਸ਼ਨ ਨੰਬਰ 3, ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ? ਹਾਂਜੀ, ਭਾਰਤ ਦੇ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ ਸੀ 1952 ਦੇ ਵਿੱਚ। ਨੰਬਰ 4, ਲੋਕਤੰਤਰੀ ਰਾਜ ਵਿੱਚ ਕਿੰਨੀਆਂ ਪ੍ਰਮੁੱਖ ਚੋਣ ਪ੍ਰਣਾਲੀਆਂ ਹੁੰਦੀਆਂ ਨੇ? 2, ਠੀਕ ਹੈ। ਇੱਕ ਹੁੰਦੀ ਨੇ ਪ੍ਰਤੱਖ ਚੋਣ ਪ੍ਰਣਾਲੀ, ਇੱਕ ਹੁੰਦੀ ਹੈ ਅਪ੍ਰਤੱਖ ਚੋਣ ਪ੍ਰਣਾਲੀ। ਪ੍ਰਤੱਖ ਚੋਣ ਪ੍ਰਣਾਲੀ ਦੇ ਵਿੱਚ ਅਸੀਂ ਖੁਦ ਵੋਟਾਂ ਪਾ ਕੇ ਸਾਡੇ ਨੇਤਾਵਾਂ ਦੀ ਚੋਣ ਕਰਦੇ ਹਾਂ। ਅਪ੍ਰਤੱਖ ਚੋਣ ਪ੍ਰਣਾਲੀ ਦੇ ਵਿੱਚ ਸਾਡੇ ਦੁਆਰਾ ਚੁਣੇ ਹੋਏ ਨੇਤਾ ਅੱਗੇ ਆਪਣੇ ਨੇਤਾਵਾਂ ਦੀ ਚੋਣ ਕਰਦੇ। ਜਿਵੇਂ ਰਾਸ਼ਟਰਪਤੀ ਦੀ ਜਿਹੜੀ ਚੋਣ ਹੈਗੀ ਉਹ ਅਪ੍ਰਤੱਖ ਢੰਗ ਦੀ ਹੈ। ਦੇਖੋ ਅਗਲਾ ਪ੍ਰਸ਼ਨ ਆਪਣਾ ਅਗਲਾ ਇਹਦੇ ਨਾਲ ਮਿਲਦਾ ਜੁਲਦਾ। ਭਾਰਤ ਵਿੱਚ ਅਪ੍ਰਤੱਖ ਚੋਣ ਪ੍ਰਣਾਲੀ ਨਾਲ ਕਿਸ ਦੀ ਚੋਣ ਹੁੰਦੀ ਹੈ? ਹਾਂਜੀ, ਕਿਸ ਦੀ ਚੋਣ ਹੁੰਦੀ ਹੈ ਵੀ? ਰਾਸ਼ਟਰਪਤੀ ਦੀ। ਨੰਬਰ 6, ਭਾਰਤ ਵਿੱਚ ਚੋਣ ਪ੍ਰਬੰਧ ਕੌਣ ਕਰਦਾ ਹੈ? ਚੋਣ ਆਯੋਗ, ਚੋਣ ਆਯੋਗ ਜਾਂ ਚੋਣ ਕਮਿਸ਼ਨ, ਇਲੈਕਸ਼ਨ ਕਮਿਸ਼ਨ। ਨੰਬਰ 7, ਨਾਮਜ਼ਦਗੀ ਫਾਰਮ ਕਿਸ ਕੋਲ ਪੇਸ਼ ਕੀਤੇ ਜਾਂਦੇ ਹਨ? ਹਾਂਜੀ, ਰਿਟਰਨਿੰਗ ਅਫਸਰ ਕੋਲ। ਨੰਬਰ 8, ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕੌਣ ਕਰਦੇ ਹਨ? ਹਾਂਜੀ, ਕੌਣ ਕਰਦੇ ਵੀ? ਵਿਧਾਨ ਸਭਾ ਦੇ ਮੈਂਬਰ। ਨੰਬਰ 9, ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ, ਇਹ ਸ਼ਬਦ ਕਿਸ ਨੇ ਕਹੇ ਸੀ? ਰੂਸੋ ਨੇ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਯਾਦ ਰੱਖਿਓ। ਜਨਤਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ, ਇਹ ਰੂਸੋ ਨੇ ਕਹੇ ਸੀ, ਠੀਕ ਹੈ। ਇੱਕ ਰੂਸੋ ਦੀ ਪੁਸਤਕ ਹੈ ਵੀ ਜਿਹਦਾ ਨਾਮ ਹੈਗਾ ਸੋਸ਼ਲ ਕੰਟਰੈਕਟ, ਠੀਕ ਹੈ। ਇਹ ਵੀ ਚਾਹੇ ਤੁਸੀਂ ਨੋਟ ਕਰ ਲਿਓ। ਇਸ ਪੁਸਤਕ ਦਾ ਲੇਖਕ ਕੌਣ ਹੈਗਾ? ਰੂਸੋ, ਸੋਸ਼ਲ ਕੰਟਰੈਕਟ। ਨੰਬਰ 10, ਭਾਰਤ ਵਿੱਚ ਹੁਣ ਤੱਕ ਕਿੰਨੀ ਵਾਰ ਆਮ ਚੋਣਾਂ ਹੋ ਚੁੱਕੀਆਂ ਹਨ? ਹਾਂਜੀ, ਕਿੰਨੀ ਵਾਰ ਆਮ ਚੋਣਾਂ ਹੋ ਚੁੱਕੀਆਂ ਨੇ ਹੁਣ ਤੱਕ? 17 ਵਾਰ। 17ਵੀਂ ਜਿਹੜੀਆਂ ਚੋਣਾਂ ਸੀ 2019 ਦੇ ਵਿੱਚ ਹੋਈਆਂ ਸੀ। ਨੰਬਰ 11, ਲੋਕਤੰਤਰ ਲੋਕਾਂ ਦਾ, ਲੋਕਾਂ ਲਈ ਅਤੇ ਲੋਕਾਂ ਦੁਆਰਾ ਸ਼ਾਸਨ ਹੁੰਦਾ, ਇਹ ਸ਼ਬਦ ਕਿਸ ਨੇ ਕਹੇ? ਹਾਂਜੀ, ਇਬਰਾਹਿਮ ਲਿੰਕਨ ਨੇ। ਤਾਂ ਆਪਾਂ ਬਹੁਤ ਸਮੇਂ ਤੋਂ ਪੜ੍ਹਦੇ ਆ ਰਹੇ ਹਾਂਗੇ। ਪ੍ਰਸ਼ਨ ਨੰਬਰ 12, ਭਾਰਤੀ ਰਾਸ਼ਟਰੀ ਕਾਂਗਰਸ ਦਾ ਚੋਣ ਨਿਸ਼ਾਨ ਕੀ ਹੈ? ਹਾਂਜੀ, ਰਾਸ਼ਟਰੀ ਚੋਣ ਨਿਸ਼ਾਨ ਕੀ ਹੈ ਕਾਂਗਰਸ ਦਾ? ਹੱਥ ਤੇ ਕਮਲ ਦਾ ਫੁੱਲ, ਬੀਜੇਪੀ ਦਾ, ਭਾਰਤੀ ਜਨਤਾ ਪਾਰਟੀ। ਤੱਕੜੀ ਸ਼੍ਰੋਮਣੀ ਅਕਾਲੀ ਦਲ, ਜਿਹੜਾ ਇੱਕ ਖੇਤਰੀ ਦਲ ਹੈਗਾ, ਠੀਕ ਹੈ। ਤੇ ਝਾੜੂ ਆਪ ਬਣਿਆ ਦਾ, ਆਮ ਆਦਮੀ ਪਾਰਟੀ ਵਾਲਿਆਂ ਦਾ, ਠੀਕ। ਤੇ ਇੱਥੇ ਕਾਂਗਰਸ ਦਾ ਜਿਹੜਾ ਰਾਸ਼ਟਰੀ ਚੋਣ ਨਿਸ਼ਾਨ ਕੀ ਹੈਗਾ? ਹੱਥ ਹੈ। ਨੰਬਰ 13, ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਕੀ ਹੈ? ਹਾਂਜੀ, ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ, ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈਗਾ? ਕਮਲ ਦਾ ਫੁੱਲ। ਪ੍ਰਸ਼ਨ ਨੰਬਰ 14, ਚੋਣ ਮੁਹਿੰਮ ਮਤਦਾਨ ਤੋਂ ਕਿੰਨਾ ਸਮਾਂ ਪਹਿਲਾਂ ਖਤਮ ਹੁੰਦੀ ਹੈ? ਹਾਂਜੀ, ਇਹ ਖਤਮ ਹੋ ਜਾਂਦੀ ਹੈ 48 ਘੰਟੇ, ਠੀਕ ਹੈ। 48 ਘੰਟੇ ਪਹਿਲਾਂ ਚੋਣਾਂ ਦਾ ਪ੍ਰਚਾਰ ਬੰਦ ਹੋ ਜਾਂਦਾ ਹੈ। ਜਿਸ ਦਿਨ ਵੋਟਾਂ ਪੈਣੀਆਂ ਨੇ ਉਸ ਦਿਨ ਤੋਂ 48 ਘੰਟੇ ਪਹਿਲਾਂ। ਨੰਬਰ 15, ਭਾਰਤੀ ਰਾਸ਼ਟਰੀ ਕਾਂਗਰਸ ਦਾ ਜਨਮ ਕਦੋਂ ਹੋਇਆ? ਹਾਂਜੀ, 1885 ਦੇ ਵਿੱਚ ਹੋਇਆ ਸੀ। ਬੰਬਈ ਦੇ ਵਿੱਚ ਇਹਦਾ ਜਨਮ ਹੋਇਆ ਸੀ ਵੀ, ਠੀਕ ਹੈ। ਬੰਬਈ ਦੇ ਵਿੱਚ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕੀਤੀ ਗਈ ਸੀ। ਤੇ ਇੱਕ ਵਿਅਕਤੀ ਸੀ, ਅੰਗਰੇਜ਼ ਅਧਿਕਾਰੀ ਸੀ, ਜਿਹਦਾ ਨਾਮ ਸੀ A.O. ਹਿਊਮ, ਠੀਕ ਹੈ। ਉਹਨਾਂ ਨੇ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕੀਤੀ ਸੀ। ਪ੍ਰਸ਼ਨ ਨੰਬਰ 16, ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? ਹਾਂਜੀ, ਮੁਸਲਿਮ ਲੀਗ ਦੀ ਸਥਾਪਨਾ ਹੋਈ ਸੀ 1906 ਦੇ ਵਿੱਚ। ਨੰਬਰ 17, ਭਾਰਤੀ ਜਨਤਾ ਪਾਰਟੀ ਦੇ ਪਹਿਲੇ ਪ੍ਰਧਾਨ ਕੌਣ ਸਨ? ਹਾਂਜੀ, ਕੌਣ ਸੀ ਵੀ? ਅਟਲ ਬਿਹਾਰੀ ਵਾਜਪੇਈ। ਨੰਬਰ 18,
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ ਸੀ? ਹਾਂਜੀ 1920 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਨੰਬਰ 19 ਭਾਸ਼ਾ ਦੇ ਆਧਾਰ ਤੇ ਪੰਜਾਬ ਦਾ ਪੁਨਰਗਠਨ ਕਦੋਂ ਕੀਤਾ ਗਿਆ? ਹਾਂਜੀ ਕਦੋਂ ਕੀਤਾ ਗਿਆ ਸੀ? 1 ਨਵੰਬਰ 1966। ਠੀਕ ਹੈ, ਦੇਖੋ 15 ਅਗਸਤ 1939 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ। ਤਾਂ ਰਹਿ ਗਈਆਂ ਸਾਡੇ ਕੋਲ ਦੋ ਆਪਸ਼ਨਾਂ, 1 ਨਵੰਬਰ 1966 ਤੇ 71। ਤਾਂ ਇਹਦੇ ਲਈ ਸਾਡੇ ਕੋਲ ਤੀਜੀ ਆਪਸ਼ਨ ਸਹੀ ਆ ਜਾਏਗੀ 1 ਨਵੰਬਰ 1966। ਜਦੋਂ ਵੀ ਪ੍ਰਸ਼ਨ ਹੱਲ ਕਰਨ ਦਾ ਪਹਿਲਾਂ ਕੋਸ਼ਿਸ਼ ਕਰਿਆ ਕਰੋ, ਜਿਹੜੀਆਂ ਨਹੀਂ ਮਿਲਦੀਆਂ ਆਪਸ਼ਨ ਆ ਨਾ ਉਹ ਤਾਂ ਪਹਿਲੀ ਵਾਰ ਕਰਦਿਆ ਕਰੋ ਵੀ ਤੇ ਆਉਣੀਆਂ ਨਹੀਂ ਗੀਆਂ। ਠੀਕ ਹੈ, ਕ੍ਰੋਸ ਨਹੀਂ ਲਾਣੇ, ਮਤਲਬ ਮੈਂ ਤੁਹਾਨੂੰ ਇੱਥੇ ਸਮਝਾਉਣ ਵਾਸਤੇ ਦੱਸਿਆ ਹੈਗਾ। ਠੀਕ ਹੈ, ਜਿਹੜੀ ਰਾਈਟ ਆਪਸ਼ਨ ਹੈ ਫਿਰ ਅਸੀਂ ਦੋਵਾਂ ਦੇ ਵਿੱਚੋਂ ਲੱਭ ਸਕਦੇ ਹਾਂ। ਪ੍ਰਸ਼ਨ ਨੰਬਰ 20 ਸਰਕਾਰ ਨੂੰ ਨਿਰੰਕੁਸ਼ ਬਣਨ ਤੋਂ ਰੋਕਣ ਲਈ ਕੌਣ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ? ਵਿਰੋਧੀ ਦਲ। ਨੰਬਰ 21 ਵੋਟ ਪਾਉਣ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ? 18 ਸਾਲ। ਠੀਕ ਹੈ, ਹੁਣ ਵੋਟ ਪਾਉਣ ਲਈ ਘੱਟੋ ਘੱਟ ਉਮਰ 18 ਸਾਲ ਹੋਣੀ ਚਾਹੀਦੀ ਹੈ, ਪਰ ਕੁਝ ਸਮਾਂ ਪਹਿਲਾਂ ਜਿਹੜੀ ਇਹ ਉਮਰ 21 ਸਾਲ ਸੀ, ਪਰ 21 ਸਾਲ ਤੋਂ ਘਟਾ ਕੇ ਹੁਣ ਕਿੰਨੀ ਹੈ? 18 ਸਾਲ। ਹੁਣ ਜਿਨ੍ਹਾਂ ਦੀ ਉਮਰ 18 ਸਾਲ ਜਾਂ 18 ਸਾਲ ਤੋਂ ਵੱਧ ਹੈ, ਭਾਰਤ ਵਿੱਚ ਉਹਨਾਂ ਨੂੰ ਬਾਲਗ ਕਿਹਾ ਜਾਂਦਾ ਹੈਗਾ। ਠੀਕ ਹੈ, ਬਾਲਗ ਮਤ ਅਧਿਕਾਰ। ਨੰਬਰ 22 ਭਾਰਤੀ ਜਨਤਾ ਪਾਰਟੀ ਰਾਜਨੀਤਿਕ ਦਲ ਵਜੋਂ ਕਦੋਂ ਹੋਂਦ ਦੇ ਵਿੱਚ ਆਈ? ਜਿਹੜੀ ਭਾਰਤੀ ਜਨਤਾ ਪਾਰਟੀ ਸੀ ਇਹ ਕਦੋਂ ਹੋਂਦ ਦੇ ਵਿੱਚ ਆਈ? 1980 ਦੇ ਵਿੱਚ। 1980 ਦੇ ਵਿੱਚ 6 ਅਪ੍ਰੈਲ 1980, ਜਿਹਨੇ ਐਗਜ਼ੈਕਟ ਡੇਟ ਲਿਖਣੀ ਹੈ 6 ਅਪ੍ਰੈਲ 1980। ਨੰਬਰ 23 ਲੋਕਤੰਤਰ ਦੀ ਸਫਲਤਾ ਦੇ ਲਈ ਹਰੇਕ ਨਾਗਰਿਕ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਨੇ? ਉਹ ਚੇਤਨ ਅਤੇ ਬੁੱਧੀਮਾਨ ਹੋਣਾ ਚਾਹੀਦਾ ਹੈ, ਵਿਵੇਕਸ਼ੀਲ ਅਤੇ ਸਮਝਦਾਰ ਹੋਣਾ ਚਾਹੀਦਾ ਹੈ, ਜਨਤਕ ਮਾਮਲਿਆਂ ਵਿੱਚ ਦਿਲਚਸਪੀ ਰੱਖਣ ਵਾਲਾ ਹੋਣਾ ਚਾਹੀਦਾ, ਉਪਰੋਕਤ ਸਾਰੇ। ਪ੍ਰਸ਼ਨ ਨੰਬਰ 24 ਕਿਸੇ ਦੇਸ਼ ਦੇ ਲੋਕਤੰਤਰ ਦੀ ਸਫਲਤਾ ਵਾਸਤੇ ਹੇਠ ਲਿਖਿਆਂ ਵਿੱਚੋਂ ਕਿਹੜੇ ਤੱਤ ਜ਼ਿੰਮੇਵਾਰ ਹੁੰਦੇ ਹੈਗੇ? ਅਗਿਆਨਤਾ, ਜਾਤਵਾਦ, ਭਾਸ਼ਾਵਾਦ, ਉਪਰੋਕਤ ਸਾਰੇ। ਤਾਂ ਉਪਰੋਕਤ ਸਾਰੇ ਦਾ ਸਹੀ ਉੱਤਰ ਆ ਜਾਏਗਾ। ਨੰਬਰ 25 ਜਿਸ ਢੰਗ ਨਾਲ ਕਿਸੇ ਦੇਸ਼ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਹਨ ਉਸ ਸਾਰੀ ਚੋਣ ਪ੍ਰਕਿਰਿਆ ਨੂੰ ਚੋਣ ਪ੍ਰਣਾਲੀ ਕਿਹਾ ਜਾਂਦਾ ਹੈਗਾ। ਹੇਠਾਂ ਚੋਣ ਪ੍ਰਕਿਰਿਆ ਦੇ ਕੁਝ ਪੜਾਅ ਦੱਸੇ ਗਏ ਹੈਗੇ। ਉਪਰੋਕਤ ਆ 4 ਪੜਾਅ ਸਾਨੂੰ ਦੱਸੇ ਗਏ ਵੀ। ਉਪਰੋਕਤ ਚੋਣ ਪ੍ਰਕਿਰਿਆ ਦੇ ਪੜਾਵਾਂ ਦੇ ਹੇਠ ਉੱਤਰ ਦਿੱਤੇ ਗਏ ਹਨ। ਜੋ ਲੜੀ ਸਹੀ ਪੜਾਵਾਂ ਬਾਰੇ ਜਾਣਕਾਰੀ ਦਿੰਦੀ ਹੈ ਉਸ ਉੱਪਰ ਨਿਸ਼ਾਨ ਲਗਾਓ। ਦੇਖੋ ਵੀ ਸਭ ਤੋਂ ਪਹਿਲਾਂ ਜਦੋਂ ਵੀ ਚੋਣਾਂ ਹੋਣਗੀਆਂ ਤਾਂ ਸਭ ਤੋਂ ਪਹਿਲਾਂ ਚੋਣ ਖੇਤਰ ਨਿਸ਼ਚਿਤ ਹੋਣਗੇ। ਠੀਕ ਹੈ, ਚੋਣ ਖੇਤਰ ਜਦੋਂ ਨਿਸ਼ਚਿਤ ਹੋ ਗਏ ਫਿਰ ਨਾਮਜ਼ਦਗੀ ਪੱਤਰ ਭਰੇ ਜਾਣਗੇ। ਜਦੋਂ ਨਾਮਜ਼ਦਗੀ ਪੱਤਰ ਭਰੇ ਗਏ ਫਿਰ ਚੋਣ ਜਿਹੜਾ ਕਮਿਸ਼ਨ ਹੈਗਾ ਉਹਨਾਂ ਨੂੰ ਚੋਣ ਨਿਸ਼ਾਨ ਅਲਾਟ ਕਰਦਾ ਹੈਗਾ। ਠੀਕ ਹੈ, ਫਿਰ ਪੋਲਿੰਗ ਸਟੇਸ਼ਨ ਮਿਲਦੇ ਆ, ਫਿਰ ਵੋਟਾਂ ਪੈਂਦੀਆਂ ਨੇ। ਠੀਕ ਹੈ, ਤਾਂ ਹੁਣ ਦੇਖੋ ਇਹਦੇ ਵਿੱਚੋਂ 1 3 4 2 ਆਹ ਆਪਸ਼ਨ ਸਹੀ ਆ ਜਾਏਗੀ ਆਪਣੀ ਦੂਜੀ 1 3 4 2। ਠੀਕ ਹੈ, ਇਹਨੂੰ ਧਿਆਨ ਨਾਲ ਕਰ ਲਿਓ। ਸਭ ਤੋਂ ਪਹਿਲਾਂ ਚੋਣ ਖੇਤਰ ਨਿਸ਼ਚਿਤ ਹੋਣਗੇ, ਫਿਰ ਜਿਹੜੇ ਵਿਅਕਤੀ ਚੋਣਾਂ ਲੜਨਗੇ ਉਹਨਾਂ ਦੇ ਨਾਮਜ਼ਦਗੀ ਪੱਤਰ ਭਰੇ ਜਾਣਗੇ, ਫਿਰ ਉਹ ਨਾਮਜ਼ਦਗੀ ਪੱਤਰ ਵਾਪਸ ਵੀ ਲੈ ਸਕਦੇ ਹੈਗੇ। ਠੀਕ ਹੈ, ਫਿਰ ਉਹਨਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਂਦੇ ਆ। ਕੌਣ ਕਰਦਾ ਚੋਣ ਨਿਸ਼ਾਨ ਅਲਾਟ? ਚੋਣ ਕਮਿਸ਼ਨ। ਠੀਕ ਹੈ, ਫਿਰ ਉਹ ਪ੍ਰਚਾਰ ਵੀ ਕਰ ਸਕਦੇ ਆ, ਪ੍ਰਚਾਰ ਕਰਦੇ ਹੈਗੇ। ਫਿਰ ਪ੍ਰਚਾਰ ਬੰਦ ਹੋ ਜਾਂਦਾ 48 ਘੰਟੇ ਪਹਿਲਾਂ। ਫਿਰ ਪੋਲਿੰਗ ਸਟੇਸ਼ਨ 'ਤੇ ਵੋਟਾਂ ਪੈਂਦੀਆਂ ਨੇ, ਫਿਰ ਗਿਣਤੀ ਹੁੰਦੀ ਹੈਗੀ, ਫਿਰ ਰਿਜ਼ਲਟ ਦੱਸਿਆ ਜਾਂਦਾ ਹੈਗਾ। ਠੀਕ। ਨੰਬਰ 26 ਭਾਰਤ ਦੀ ਆਜ਼ਾਦੀ ਸਮੇਂ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਨੀਤਿਕ ਦਲ ਮੌਜੂਦ ਸੀ? ਹਾਂਜੀ ਕਾਂਗਰਸ ਵੀ, ਕਿਉਂਕਿ 1885 ਦੇ ਵਿੱਚ ਬਣਿਆ ਹੋਇਆ ਸੀ। ਠੀਕ ਹੈ, 1885 ਤੇ ਹਿੰਦੂ ਮਹਾਸਭਾ ਵੀ ਸੀ ਵੀ ਇਹ 1915 ਦੇ ਵਿੱਚ ਬਣ ਗਿਆ ਸੀ। ਤਾਂ ਆਜ਼ਾਦੀ ਤੋਂ ਪਹਿਲਾਂ ਇਹ ਦੋਨੇ ਦਲ ਮੌਜੂਦ ਸੀ। ਨੰਬਰ 27 ਲੋਕਤੰਤਰ ਸ਼ਾਸਨ ਪ੍ਰਣਾਲੀ ਵਿੱਚ ਮਜ਼ਬੂਤ ਵਿਰੋਧੀ ਦਲ ਦੀ ਮਹੱਤਤਾ ਬਹੁਤ ਹੁੰਦੀ ਹੈ। ਹੇਠ ਲਿਖਿਆਂ ਵਿੱਚੋਂ ਵਿਰੋਧੀ ਦਲ ਦੀ ਭੂਮਿਕਾ ਵਿੱਚ ਕਿਹੜੇ ਤੱਤ ਸ਼ਾਮਿਲ ਨਹੀਂ ਹੁੰਦੇ? ਹਾਂਜੀ ਦੇਖੋ ਇਹਨਾਂ ਵਿੱਚੋਂ ਸਰਕਾਰ ਦੀ ਆਲੋਚਨਾ ਕਰਦਾ ਵਿਰੋਧੀ ਦਲ, ਠੀਕ ਹੈ। ਲੋਕਾਂ ਨੂੰ ਰਾਜਨੀਤਿਕ ਸਿੱਖਿਆ ਦਿੰਦਾ ਗਿਆ ਵੀ ਸਹੀ ਹੈ। ਜਨਤਕ ਸ਼ਿਕਾਇਤਾਂ ਨੂੰ ਪ੍ਰਗਟ ਕਰਨਾ ਗਿਆ ਵੀ ਹੈ। ਦੂਸਰਾ ਨਹੀਂ, ਗਲਤ ਹੈ ਵੀ। ਸਰਕਾਰ ਨੂੰ ਨਿਰੰਕੁਸ਼ ਬਣਨ ਤੋਂ ਨਹੀਂ ਰੋਕਣਾ, ਇਹ ਨਿਰੰਕੁਸ਼ ਬਣਨ ਤੋਂ ਰੋਕਦਾ ਹੈਗਾ। ਠੀਕ ਹੈ, ਤਾਂ ਇੱਥੇ ਉਹਨਾਂ ਨੇ ਕਿਹਾ ਸੀ ਕਿਹੜੇ ਤੱਤ ਸ਼ਾਮਿਲ ਨਹੀਂ ਹੈ, ਤਾਂ ਦੂਸਰੇ ਦੇ ਵਿੱਚ ਸ਼ਾਮਿਲ ਨਹੀਂ। ਠੀਕ ਹੈ, ਤਾਂ ਇਹ ਤੁਹਾਡੇ 27 ਪ੍ਰਸ਼ਨ ਆਏ ਸੀ ਪਹਿਲਾਂ, ਜਿਹੜੇ ਕਿ ਤੁਹਾਡੇ 25 ਤਰੀਕ ਨੂੰ ਇੱਕ ਟੈਸਟ ਹੋਣ ਜਾ ਰਿਹਾ ਹੈਗਾ। ਠੀਕ ਹੈ, ਉਸ ਦੇ ਵਿੱਚ ਇਹਨਾਂ ਪ੍ਰਸ਼ਨਾਂ ਦੇ ਵਿੱਚੋਂ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ। ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲਿਓ ਅਤੇ ਕੋਸ਼ਿਸ਼ ਕਰੋ ਆਪਣੀ ਕਾਪੀਜ਼ 'ਤੇ ਇਹਨਾਂ ਨੂੰ ਨੋਟ ਕਰ ਲਿਆ ਜਾਵੇ। ਠੀਕ ਹੈ, ਇਸ ਤੋਂ ਬਾਅਦ ਕੁਝ ਪ੍ਰਸ਼ਨ ਤੁਹਾਡੇ ਫਰਾਂਸ ਦੀ ਕ੍ਰਾਂਤੀ ਇੱਕ ਟੌਪਿਕ ਹੈਗਾ ਜਿਹੜਾ 9ਵੀਂ ਨਾਲ ਜੁੜਿਆ ਹੈਗਾ, ਪਰ ਉਹ ਤੁਹਾਨੂੰ ਨੈਸ ਦੇ ਵਿੱਚ ਆਏਗਾ। ਉਹਦੇ ਨਾਲ ਰਿਲੇਟਡ ਕੁਝ ਕੁਐਸਚਨ ਹੈਗੇ। ਠੀਕ ਹੈ, 22 23 ਕੁਐਸਚਨ ਹੈਗੇ,
ਉਹ ਵੀ ਆਪਾਂ ਜਲਦੀ ਤੁਹਾਡੇ ਲਈ ਹੱਲ ਕਰਾਂਗੇ। ਤਦ ਤੱਕ ਦੇ ਲਈ ਤੁਸੀਂ ਇਹਨਾਂ ਨੂੰ ਲਿਖੋ ਤੇ ਯਾਦ ਕਰੋ। ਠੀਕ ਹੈ ਬੇਟਾ, ਓਕੇ ਜੀ, ਥੈਂਕ ਯੂ।